गुड इवनिंग स्टूडेंट्स। अज आपां MS एक्सल दा पार्ट 6 डिस्कस करांगे। जो भी स्टूडेंट्स इस चैनल ते नवे ने तो प्लीज़ चैनल नूं सबसक्राइब जरूर कर लिओ भी तां जो तुहानूं न्यू वीडियोज़ दे नोटिफिकेशन मिल सकन। तो चलो अज दा सैशन आपां स्टार्ट करदे हां। Which of the following is a shortcut key used to insert a new worksheet in an existing MS Excel 2010 workbook? MS Excel workbook ਵਿੱਚ ਨਵੀਂ ਵਰਕਸ਼ੀਟ ਇਨਸਰਟ ਕਰਨ ਲਈ ਕਿਹੜਾ ਸ਼ਾਰਟਕਟ ਕੀ ਆਪਾਂ ਵਰਤਦੇ ਹਾਂ ਵੀ MS workbook ਦੇ ਵਿੱਚ ਐਕਸਲ ਦੇ ਵਿੱਚ ਇੱਕ ਨਵੀਂ ਵਰਕਸ਼ੀਟ ਐਡ ਕਰਨੀ ਹੈ ਤਾਂ ਕਿਹੜੀ ਸ਼ਾਰਟਕਟ ਕੀ ਦਾ ਆਪਾਂ ਇਸਤੇਮਾਲ ਕਰਾਂਗੇ ਤਾਂ ਸ਼ਿਫਟ ਪਲੱਸ F11 ਦਾ। ਤਾਂ ਇਹ ਆਪਸ਼ਨ ਸ਼ਿਫਟ ਪਲੱਸ F11 ਜਦੋਂ ਕੀ ਆਪਾਂ ਪ੍ਰੈਸ ਕਰਾਂਗੇ ਤਾਂ ਇੱਕ ਨਵੀਂ ਵਰਕਸ਼ੀਟ ਐਡ ਹੋ ਜਾਏਗੀ। ਠੀਕ ਹੈ ਜੀ। ਨੈਕਸਟ ਹੈਗਾ which shortcut key is used to close a workbook in MS Excel 2010? MS Excel ਵਰਕਸ਼ੀਟ ਜਾਂ ਵਰਕਬੁੱਕ ਨੂੰ ਕਲੋਜ਼ ਕਰਨ ਲਈ ਕਿਹੜੀ ਸ਼ਾਰਟਕਟ ਕੀ ਦਾ ਆਪਾਂ ਇਸਤੇਮਾਲ ਕਰਦੇ ਆ ਤਾਂ ਕੰਟਰੋਲ ਪਲੱਸ F4 ਦਾ ਇਸਤੇਮਾਲ ਕਰਦੇ ਆ। ਤਾਂ ਡੀ ਆਪਸ਼ਨ ਕੰਟਰੋਲ ਪਲੱਸ F4 ਦੇ ਉੱਤੇ ਤੁਸੀਂ ਟਿਕ ਲਗਾਓਗੇ। ਠੀਕ ਹੈ ਜੀ। ਨੈਕਸਟ ਹੈਗਾ which of the following key is used to cancel the editing of a cell in MS Excel? MS Excel ਵਿੱਚ ਸੈੱਲ ਦੀ ਐਡੀਟਿੰਗ ਨੂੰ ਕੈਂਸਲ ਕਰਨ ਲਈ ਕਿਹੜੀ ਸ਼ਾਰਟਕਟ ਕੀ ਵਰਤਦੇ ਹਾਂ ਤਾਂ ਜਿਹੜੀ MS Excel ਜਦੋਂ ਆਪਾਂ ਸੈੱਲ ਨੂੰ ਐਡਿਟ ਕਰ ਰਹੇ ਹਾਂ ਉਹਨੂੰ ਆਪਾਂ ਨੇ ਸਟਾਪ ਕਰਨਾ ਹੈ ਤਾਂ ਆਪਾਂ ਕਿਹਦਾ ਇਸਤੇਮਾਲ ਕਰਾਂਗੇ ਡੀਅਰ ਸਟੂਡੈਂਟ ਤਾਂ ਆਪਾਂ ਐਸਕੇਪ ਕੀ ਦਾ ਇਸਤੇਮਾਲ ਕਰਾਂਗੇ ਤਾਂ 103 ਦਾ ਡੀ ਆਪਸ਼ਨ ਐਸਕੇਪ ਦੇ ਉੱਤੇ ਤੁਸੀਂ ਟਿਕ ਲਗਾਓਗੇ। ਠੀਕ ਹੈ ਜੀ। ਨੈਕਸਟ ਹੈਗਾ ਵਿਚ ਫੰਕਸ਼ਨ ਕੀ ਇਨ MS Excel ਹੈਲਪਸ ਟੂ ਸਵਿਚ ਟੂ ਐਡਿਟ ਮੋਡ ਤਾਂ MS Excel ਵਿੱਚ ਕਿਹੜੀ ਫੰਕਸ਼ਨ ਕੀ ਪ੍ਰੈਸ ਕਰਕੇ ਐਡਿਟ ਮੋਡ ਸ਼ੁਰੂ ਹੋ ਜਾਂਦਾ ਹੈ ਤਾਂ MS Excel ਵਿੱਚ ਆਪਾਂ F2 ਜਦੋਂ ਆਪਾਂ ਪ੍ਰੈਸ ਕਰਦੇ ਹਾਂ ਤਾਂ ਐਡਿਟ ਮੋਡ ਸਟਾਰਟ ਹੋ ਜਾਂਦਾ ਮਤਲਬ ਐਡਿਟ ਕਰਨਾ ਸੈੱਲ ਨੂੰ ਸਟਾਰਟ ਹੋ ਜਾਂਦਾ F2 ਦਬਾ ਕੇ। ਨੈਕਸਟ ਹੈਗਾ ਵਿਚ ਸ਼ਾਰਟਕਟ ਕੀ ਯੂਜ਼ ਟੂ ਐਡ ਅ ਨਿਊ ਰੋ ਅਬਵ ਅ ਗਿਵਨ ਰੋ ਇਨ MS Excel? MS Excel ਵਿੱਚ ਨਿਊ ਰੋ ਐਡ ਕਰਨ ਲਈ ਕਿਹੜੀ ਸ਼ਾਰਟਕਟ ਕੀ ਇਸਤੇਮਾਲ ਕਰਦੇ ਹਾਂ ਆਪਾਂ ਤਾਂ ਸ਼ਿਫਟ ਪਲੱਸ I ਪਲੱਸ R ਤਾਂ ਸ਼ਿਫਟ ਪਲੱਸ I ਪਲੱਸ R ਜਦੋਂ ਆਪਾਂ ਪ੍ਰੈਸ ਕਰਦੇ ਹਾਂ ਤਾਂ ਇੱਕ ਨਵੀਂ ਰੋ ਐਡ ਹੋ ਜਾਂਦੀ ਹੈ। ਠੀਕ ਹੈ ਜੀ। ਤਾਂ ਇਸ ਤੋਂ ਬਾਅਦ ਆਪਣੇ ਕੁਛ ਮਤਲਬ ਮੈਥਮੈਟੀਕਲ ਮਤਲਬ ਐਕਸਪ੍ਰੈਸ਼ਨ ਜਿਹਦੇ ਜਿਵੇਂ ਆਪਾਂ ਬੋਰਡ ਮਾਸ ਲਗਾਉਂਦੇ ਹੁੰਦੇ ਹਾਂ ਉਹਦੀ ਕੈਲਕੂਲੇਸ਼ਨਸ ਵਾਲੇ ਮਤਲਬ ਹੈਗੇ ਨੇ ਸਾਰੇ ਤਾਂ ਪਹਿਲਾਂ ਆਪਾਂ ਦੇਖ ਲੈਂਦੇ ਹਾਂ ਸਿੰਬਲ ਵਗੈਰਾ ਵੀ ਕਿਹੜੇ ਯੂਜ਼ ਹੁੰਦੇ ਨੇ। ਦੇਖੋ ਸਿੰਬਲਸ ਇਨ MS Excel ਤਾਂ ਸਿੰਬਲ ਹੈਗਾ ਰੇਂਜ ਤਾਂ ਸਭ ਤੋਂ ਪਹਿਲਾਂ ਜਿਹੜਾ ਰੇਂਜ ਹੁੰਦਾ ਇਹਨੂੰ ਰੇਂਜ ਬੋਲਦੇ ਆ ਕਾਲਨ ਨੂੰ ਤਾਂ ਇਹਦੀ ਪ੍ਰੈਸੀਡੈਂਸ 1 ਹੈ ਮਤਲਬ ਸਭ ਤੋਂ ਪਹਿਲਾਂ ਜਿਵੇਂ ਬੋਰਡ ਮਾਸ ਵਿੱਚ ਬ੍ਰੈਕਟ ਓਪਨ ਹੁੰਦੀ ਆ ਉਵੇਂ ਪਹਿਲਾਂ ਰੇਂਜ ਓਪਨ ਹੁੰਦੀ ਹੈ। ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਜਿਹੜੀ ਆਪਾਂ ਸਪੇਸ ਦਿੰਦੇ ਹਾਂ ਇੱਕ ਉਹਨੂੰ ਆਪਾਂ ਇੰਟਰਸੈਕਸ਼ਨ ਬੋਲਦੇ ਹਾਂ ਤਾਂ ਇਹਦੀ ਪ੍ਰੈਸੀਡੈਂਸ ਆਪਣੀ 2 ਹੁੰਦੀ ਹੈ। ਠੀਕ ਹੈ ਜੀ। ਜਿਹੜੀ ਇਹ ਕੌਮਾ ਹੁੰਦਾ ਇਹ ਮਤਲਬ ਯੂਨੀਅਨ ਹੁੰਦਾ ਮਤਲਬ A, B ਮਤਲਬ A ਵੀ ਅਤੇ B ਵੀ। ਠੀਕ ਹੈ ਜੀ। ਤਾਂ ਇਹਦੀ ਪ੍ਰੈਸੀਡੈਂਸ 3 ਹੁੰਦੀ ਹੈ। ਇਹ ਜਿਹੜੇ ਥੋੜ੍ਹੀ ਜਿਹੀ ਮਤਲਬ ਡੈਸ਼ ਹੈਗੇ ਇਹਨੂੰ ਨਿਗੇਸ਼ਨ ਬੋਲਦੇ ਨੇ ਇਹਦੀ ਪ੍ਰੈਸੀਡੈਂਸ 4 ਹੈ। ਇਹਨਾਂ ਦੀ ਪ੍ਰੈਸੀਡੈਂਸ ਦਾ ਵੀ ਕੁਐਸਚਨ ਕਮਿੰਗ ਸੂਨ ਐਗਜ਼ਾਮ 'ਚ ਆ ਸਕਦਾ। ਪਰਸੈਂਟੇਜ ਸਿੰਬਲ ਠੀਕ ਹੈ ਜੀ ਇਹਦੀ ਆਪਣੀ ਪ੍ਰੈਸੀਡੈਂਸ 5 ਹੈ। ਠੀਕ ਹੈ। ਐਕਸਪੋਨੈਂਸ਼ੀਅਲ ਓਪਰੇਟਰ ਹੁੰਦਾ ਇਹ ਜਿਵੇਂ ਆਪਾਂ ਕਹਿੰਦੇ ਨਹੀਂ ਪਾਵਰ ਦੇ ਵਿੱਚ ਜਿਵੇਂ 4 ਦੀ ਪਾਵਰ 2 16 ਹੁੰਦਾ ਅਤੇ ਇਹ ਪਾਵਰ ਦੀ ਤਰ੍ਹਾਂ ਯੂਜ਼ ਹੁੰਦਾ ਕੈਰਟ ਦਾ ਸਿੰਬਲ ਹੁੰਦਾ ਇਹ ਐਕਸਪੋਨੈਂਸ਼ੀਅਲ ਓਪਰੇਟਰ ਹੁੰਦਾ ਇਹ 6ਵਾਂ ਯੂਜ਼ ਹੁੰਦਾ। ਫਿਰ ਇਸ ਤੋਂ ਬਾਅਦ ਮਲਟੀਪਲਾਈ ਦਾ ਯੂਜ਼ ਹੁੰਦਾ ਤਾਂ ਇਹਦੀ 7th ਨੰਬਰ 'ਤੇ ਹੁੰਦਾ ਅਤੇ ਫਿਰ ਡਿਵੀਜ਼ਨ ਹੁੰਦੀ ਹੈ ਡੀਅਰ ਸਟੂਡੈਂਟ। ਠੀਕ ਹੈ ਜੀ। ਇਹ 7th ਨੰਬਰ 'ਤੇ ਡਿਵੀਜ਼ਨ ਦੇ ਮਲਟੀਪਲੀਕੇਸ਼ਨ ਤੁਸੀਂ ਜਿਹੜੀ ਮਰਜ਼ੀ ਪਰਫੋਰਮ ਕਰ ਸਕਦੇ ਹੋ। ਪਲੱਸ ਐਡੀਸ਼ਨ ਸਾਈਨ 8ਵੇਂ ਨੰਬਰ 'ਤੇ ਹੁੰਦਾ। ਠੀਕ ਹੈ ਜੀ। ਅਤੇ ਮਾਈਨਸ ਜਿਹੜਾ ਆਪਣਾ ਸਬਟਰੈਕਸ਼ਨ ਹੁੰਦਾ ਇਹ ਵੀ ਆਪਣਾ 8th ਨੰਬਰ 'ਤੇ ਹੁੰਦਾ। ਡੀਅਰ ਸਟੂਡੈਂਟ ਪਲੀਜ਼ ਆਪਣੇ ਨੋਟਸ ਜ਼ਰੂਰ ਬਣਾਉਂਦੇ ਜਾਇਓ। ਠੀਕ ਹੈ ਜੀ। ਐਂਡ ਮਤਲਬ ਹੁੰਦਾ ਕੰਕੈਟੀਨੇਸ਼ਨ ਇਹਦੀ ਪ੍ਰੈਫਰੈਂਸ 9 ਹੁੰਦੀ ਹੈ ਐਂਡ ਦੀ। ਇਕੁਅਲ ਟੂ ਦਾ ਸਿੰਬਲ 10ਵੇਂ ਨੰਬਰ 'ਤੇ ਸੋਲਵ ਹੁੰਦਾ। ਠੀਕ ਹੈ ਜੀ। ਇਹ ਗ੍ਰੇਟਰ ਦੈਨ ਦਾ ਸਿੰਬਲ ਹੁੰਦਾ 10ਵੇਂ ਨੰਬਰ 'ਤੇ ਸੋਲਵ ਹੋਗਾ। ਲੈਸ ਦੈਨ ਦਾ ਸਿੰਬਲ ਹੈ ਇਹ ਆਪਣਾ 10ਵੇਂ ਨੰਬਰ 'ਤੇ ਪ੍ਰੈਸੀਡੈਂਸ ਹੈ ਸੋਲਵ ਹੁੰਦਾ। ਗ੍ਰੇਟਰ ਦੈਨ ਇਕੁਅਲ ਟੂ ਦੀ ਪ੍ਰੈਸੀਡੈਂਸ ਵੀ 10 ਹੁੰਦੀ ਹੈ। ਲੈਸ ਦੈਨ ਇਕੁਅਲ ਟੂ ਦੀ ਪ੍ਰੈਸੀਡੈਂਸ ਵੀ 10 ਹੁੰਦੀ ਹੈ। ਇਹ ਹੁੰਦਾ ਆਪਣਾ ਨੋਟ ਇਕੁਅਲ ਟੂ ਨੋਟ ਇਕੁਅਲ ਦਾ ਸਾਈਨ ਹੁੰਦਾ। ਠੀਕ ਹੈ ਜੀ। ਤਾਂ 10 ਪ੍ਰੈਸੀਡੈਂਸ ਹੁੰਦੀ ਹੈ ਇਸ ਦੀ। ਤਾਂ ਚਲੋ ਆਪਾਂ ਹੁਣ ਮਤਲਬ ਕੁਛ ਐਕਸਪ੍ਰੈਸ਼ਨ ਕਰਕੇ ਦੇਖਦੇ ਪਰਫੋਰਮ ਆਪਾਂ। ਦੇਖੋ ਲਿਖਿਆ ਹੈਗਾ ਇਨ MS Excel ਵਟ ਵਿਲ ਬੀ ਦੀ ਵੈਲਿਊ ਆਫ ਫੋਲੋਇੰਗ ਐਕਸਪ੍ਰੈਸ਼ਨ ਤਾਂ ਇਕੁਅਲ ਟੂ ਤੋਂ ਬਾਅਦ 656 ਡਿਵਾਈਡ 4 ਦੀ ਪਾਵਰ 2 ਲਿਖਿਆ ਪਿਆ ਹੈਗਾ। ਠੀਕ ਹੈ ਜੀ ਡੀਅਰ ਸਟੂਡੈਂਟ।
तो देखो मैं प्रॉपर सिंपल लैंग्वेज सोल्यूशन पहले ना सिंपल अपना जिवें आप बोर्ड मास लिख दो ना उवें लिख लो 656 डिवाइड बाय 4 की पावर 2 तो पहला पावर सॉल्व होंदी है ठीक है ना जी 4 की पावर 2 कितना आ गया 16 आ गया तो 656 ਨੂੰ ਜਦੋਂ ਆਪਾਂ 16 ਨਾਲ ਡਿਵਾਈਡ ਕਰਾਂਗੇ ਤਾਂ 41 ਆ ਜਾਏਗਾ ਤਾਂ ਇਸਦਾ ਆਪਸ਼ਨ ਸੀ ਦੇ ਉੱਤੇ ਤੁਸੀਂ 41 ਦੇ ਉੱਤੇ ਤੁਸੀਂ ਟਿਕ ਲਗਾ ਦੋਗੇ ਠੀਕ ਹੈ ਜੀ ਦੇਖੋ ਇਹ ਤਾਂ ਮੈਂ ਸਿੰਪਲ ਤਰੀਕੇ ਨਾਲ ਸੋਲਵ ਕੀਤਾ ਹੈ ਦੇਖੋ ਤੁਹਾਡੇ ਸਾਹਮਣੇ ਜਿਹੜੀ ਐਕਸਲ ਦੀ ਵਰਕਸ਼ੀਟ ਆ ਉਹਦੇ 'ਚ ਵੀ 41 ਹੀ ਆਊਗਾ ਮੈਂ ਐਕਸਲ ਦੀ ਵਰਕਸ਼ੀਟ ਦੇ ਵਿੱਚ ਦੇਖੋ ਸੇਮ ਲਿਖਿਆ ਪਿਆ ਹੈਗਾ ਇਕੁਅਲ ਤੋਂ ਬਾਅਦ 656 डिवाइड 4 कैरेट का साइन 2 तो मतलब पहला 4 की पावर 2 क्योंकि अपने देखा सी 6वें नंबर पर मतलब अपनी एक्सपोनेंशियल पावर होंगी है ठीक है जी तो 16 आ गया सी फिर 656 ਨੂੰ 16 ਨਾਲ ਤੁਸੀਂ डिवाइड किया ठीक है तो 41 आंसर देखो शो कर रहा है ठीक है जी नैक्सट है इन MS Excel वट विल बी दी वैल्यू ऑफ द फॉलोइंग एक्सप्रैशन 22 माइनस 12 डिवाइड बाय 3 डिवाइड बाय 2 प्लस 4 ठीक है जी तो इनू सब तो पहला आप इसका सोल्यूशन सॉल्व करना ऑप्शनस तुहानूं गिवन ने तो सब तो पहला सिंबल्स बदल दो देखो 12 माइनस 12 डिवाइड बाय का सिंपल डिवाइड बाय कर दो 3 डिवाइड बाय 2 प्लस 4 जिवें तुसीं बोर्ड मास से देखा होगा देखो पहला डिवीजन सॉल्व होगी है ना तो डिवीजन नूं की करो तुसीं डियर स्टूडेंट अपना मल्टीप्लाई कर दो तो जो मल्टीप्लाई बदल दो जो 3 होंदा है ये 1/3 हो जाता होंदा 2 होंदा है तो यह 1/2 हो जाता जिवें तुसीं देखा हो कई बार 1 डिवाइड बाय 3 तो इनू तुसीं जो मल्टीप्लाई करना तो 1/3 लग जाता होंदा जिहड़ी 3 वाली वैल्यू हैगी है ठीक है जी तो इस तरीके नाल जो आपने लिखा है डियर स्टूडेंट ठीक है जी तो 22 माइनस 12 इंटू 1/3 इंटू 1/2 प्लस 4 तो 3 नाल 12 क्रॉस करता 4 आ गया फिर 2 नाल 4 कैंसल करता 2 आ गया सीगा तो फिर 22 माइनस 2 फिर प्लस 4 तो फिर ऐड करते होंगे पहला डियर तो आ वाली वैल्यू 22 प्लस 4 26 आ गया 26 माइनस 2 कितना आ गया 24 तो इसका सही ऑप्शन हैगा 24 है डियर स्टूडेंट ठीक है जी अजकल ये भी एग्जाम च काफ़ी बार पूछ रहा है डियर स्टूडेंट थोड़ा मैं MS Excel की शीट भी शो कर देना देखो सेम तो देखो सेम आपने लिखा हैगा इक्वल 22 माइनस 12 मतलब डिवाइड बाय 3 डिवाइड बाय 2 प्लस 4 तो इसका जो आंसर आ रहा है देखो 24 आ रहा है कैलकुलेट करके वो ऑटोमैटिक होंगे ना ये तो फॉर्मूले सारे सेव ही होंगे ठीक है जी नैक्सट है इन MS Excel वट विल बी द वैल्यू ऑफ द फॉलोइंग एक्सप्रैशन तो इक्वल टू 32 डिवाइड बाय 2 की पावर 4 डिवाइड बाय 2 सब तो पहले सिंबल्स बदलो देखो 32 है डिवाइड बाय 2 की पावर 4 कर लो डिवाइड बाय 2 की सब तो पहले पावर सॉल्व होंगे 2 की पावर 4 कितना हो गया 16 हूँ देखो 2 डिवाइड के साइन हो गए ठीक है जी तो जो 2 डिवाइड के साइन हो गया अपने पास तो इन्होंने कट्ठिया सॉल्व करा बेटा एक क्यों सॉल्व करा तो 32 लिख के डिवाइड में मल्टीप्लाई बदल दो 1/16 1/2 तो 16 गुणा 2 32 होंगे तो कितना आ जाएगा 1 ही आ जाएगा तो ए का ऑप्शन कितना आ जाएगा 1 ही आ जाएगा ठीक है जी तो इन तुम MS Excel की शीट भी देख सकते देखो ध्यान 32 डिवाइड बाय 2 कैरेट 4 डिवाइड बाय 2 ठीक है जी जो सॉल्व होया तो इसका आंसर कितना आ गया है 1 आ गया है ठीक है जी ये प्रूफ ਲਈ लाया है भी आप जो भी कर रहे हैं सिंपल ਦੇ ਵਿੱਚ ਉਹ MS Excel की शीट ਵਿੱਚ आंसर सेम आ रहा है ठीक है ना डियर स्टूडेंट इस तरीके ਨਾਲ नैक्सट है इन MS Excel वट विल बी दी वैल्यू ऑफ द फॉलोइंग एक्सप्रैशन तो एक्सप्रैशन है 8 डिवाइड बाय 4 डिवाइड बाय 2 माइनस 2 डिवाइड बाय 2 तो सब तो पहला डिवाइड मतलब जो साइन है स्लैश वाला इन्हू डिवाइड बाय बदल दो 8 डिवाइड बाय 4 डिवाइड बाय 2 माइनस 2 डिवाइड बाय 2 सारे पहला डिवाइड बाय साइन इन्हू मल्टीप्लाई बदल दो 8 गुणा 1/4 बन जाएगा ये वाला डिवाइड है जो सॉल्व होके ये भी 1/2 बन जाएगा माइनस तो 2 इंटू 1/2 तो 2 ना 2 कैंसल हो गया 2 8 ना 8 तो 1 रह गया माइनस इधर भी कितना रह गया डियर 1 रह गया सीगा तो 1 माइनस 1 कितना आ गया देखो 0 आ गया तो जो तुम MS Excel की शीट पर भी देखोगे सेम तो सेम की आ रहा डियर स्टूडेंट सेम का आंसर कितना आ रहा 0 आ रहा है ठीक है जी तो एक्टिव सैल आंसर आता होंगे ठीक है नैक्सट है इन MS Excel वट विल बी दी वैल्यू ऑफ द फॉलोइंग एक्सप्रैशन 256 डिवाइड बाय 8 डिवाइड बाय 4 डिवाइड बाय 2 ठीक है इस एक्सप्रैशन का कितना रिजल्ट आऊगा डियर ठीक है ना तो पहले डिवाइड बाय साइन मतलब स्लैश आइन चेंज करना अपने डिवाइड बाय तो 256 डिवाइड बाय 8 डिवाइड बाय 4 डिवाइड बाय 2 तो बोर्ड मास के अकॉर्डिंग जिवें डिवाइड बाय 3 आ चुके हैं तो एक सॉल्व करने की बजाय इकट्ठे सॉल्व करो इनू डिवाइड बाय इनू मल्टीप्लाई चेंज कर दो तो 256 इंटू 1/8 इंटू 1/4 इंटू 2 ना तो पहला 8 से कैंसल किया होगा 32 आ गया फिर 4 से कैंसल करके 8 आ गया फिर 2 से कैंसल करके कितना आ गया 4 आ गया तो यदा आंसर कितना आ रहा डियर स्टूडेंट 4 आंसर आ रहा तो सी का 4 आंसर तो जिमें तुम मतलब बोर्ड मतलब आप
क्लीयर है जी। MS एक्सल की शीट पर देखिए तो इसका आंसर कितना शो कर रहा है डियर स्टूडेंट 4 ही शो कर रहा है। ठीक है जी। नैक्सट हैगा इन MS एक्सल वट विल बी दी वैल्यू ऑफ द फॉलोइंग एक्सप्रैशन। तो एक्सप्रैशन हैगा इक्वल टू फॉर द पावर 2 दी पावर 3 डियर। ठीक है जी। तो इनू कहता आप किमें सॉल्व करना है। देखो ऑप्शन के अकॉर्डिंग जो आप देखें 4 की पावर 2 फिर पावर 2 फिर 4 की पावर 2 कितना हो गया देखो 16 हो गया फिर 16 की पावर 3 तो कितना हो गया 4096 हो गया। ये तो ऑप्शन 4096 के टिक ला रहा है। बट जे तुसी MS एक्सल की शीट के अकॉर्डिंग चलीए तो यह कुछ इस तरीके कर रहा पहला 2 की पावर कैरेट के 3 मतलब ये आ गया 2 की पावर 8 आ गया तो 4 की पावर जो 8 हैगा वह आंसर हैगा 65,000 डियर स्टूडेंट 536। ये देखो मतलब मेन ऑप्शन तो यही होना चाहिए बट ऑप्शन च ही नहीं हैगा। तो MS एक्सल की शीट देखो मैं लिखा हुआ इक्वल टू 4 की पावर 2 की पावर 2 3 तो आंसर 65,536 दस रहा। देखो हम आप तो परफॉर्म नहीं किया है MS एक्सल की शीट परफॉर्म कर रही है। ठीक है जी। बट चलो जिमें भी थोड़ा ऑप्शन मिलया है डियर स्टूडेंट तो इसके फिर तुम 4096 तो तुम टिक लगा दो डियर। जो 4096 के नाल 65,536 गिवन है फिर मेन ऑप्शन 65,536 के उत्ते तुम टिक लगा दोगे। ठीक है जी। नैक्सट हैगा इन MS एक्सल वट विल बी दी वैल्यू ऑफ दी फॉलोइंग एक्सप्रैशन 8 डिवाइड बाय 4 दी पावर 2। तो 8 डिवाइड बाय 4 दी पावर 2 4 दी पावर 2 कितना होंदा 16 होंदा है। तो डिवाइड बाय नूं मल्टीप्लाई बदल दो 1/16 तो 8 नाल 16 कैंसल 2 हो जाएगा। ठीक है जी। तो 1/2 आ गया तो 1/2 की वैल्यू कितनी होंदी है 0.5 होंदी है। ठीक है जी। तो 0.5 के उत्ते C ऑप्शन के उत्ते तुसीं टिक लगाओगे। तो इस तरीके नाल तुसीं माड़ा जिहा अपना MS एक्सल की शीट वाल भी देखिए आपां तो यही सेम एक्सप्रैशन लिखा हुआ है इक्वल 8/4 अपना पावर दी कितना 2 है। ठीक है जी। तो यदा आंसर कितना आ रहा है 0.5 आ रहा है। ठीक है जी। नैक्सट है इन MS एक्सल वट विल बी दी वैल्यू ऑफ दी फॉलोइंग एक्सप्रैशन। तो इक्वल तो बाद 16/2 डिवाइड बाय 3। ठीक है जी। तो पहला डिवाइड बाय साइन लगाओ प्रॉपर 2 की पावर 3 लगाओ तो 2 की पावर 3 जी होंगी 8 होंगी है तो 16 डिवाइड बाय 8 कितना आ गया 2 आ गया। तो B ऑप्शन 2 के उत्ते तुसीं टिक लगाओगे। बाकी तुसीं मतलब अपना MS एक्सल की शीट जी तुसीं सेम एक्सप्रैशन लिख दो इक्वल तो बाद डियर स्टूडेंट। ठीक है जी। तो 16 डिवाइड बाय 2 की पावर 3 तो कितना आंसर आ रहा है देखो 2 आंसर आ रहा। मतलब आप जो परफॉर्म कर रहे हैं आप मतलब सिंपल मैनुअली हाथ नाल सॉल्व कर रहे हैं बिल्कुल सही आंसर आ रहा है। ठीक है जी। नैक्सट हैगा विच फार्मूला कैन ऐड दी ऑल दी न्यूमैरिक वैल्यूज़ इन अ रेंज ऑफ सैल्स इगनोरिंग दोज विच आर नॉट न्यूमैरिक एंड प्लेस दी रिजल्ट इन अ डिफरेंट सैल। MS एक्सल का किहड़ा फार्मूला एक सैल की रेंज में न्यूमैरिक वैल्यूज़ नूं ऐड करता है जिहड़ियां वैल्यूज़ न्यूमैरिक नहीं होंदियां उसनूं इगनोर कर दिंदा तो रिजल्ट एक नवें सैल में ऐड करता है। तो कहता मतलब वो अपना क्लीयर है जी किहड़ा फार्मूला हैगा डियर स्टूडेंट अपना सम फार्मूला है। तो ए ऑप्शन सम के उत्ते तुसीं टिक लगाओगे। ठीक है जी। तो जिमें तुसीं देखो अपने कोल 21 तो लैके ठीक है ना गल 21 रो तो ये देखो 5 लिखा पाया 7 4 लिखा पाया जतिन लिखा पाया 2 लिखा पाया है। तो देखो सम मैं लिखता A21 तो लैके अपने को 25 तक लिखता एक्टिव सैल नैक्सट 26 के अपना आंसर आऊगा। तो देखो इन्हें जतिन इगनोर करता रहा क्योंकि एल्फाबैट्स न्यूमैरिक वैल्यू नहीं हैगी तो इसनों इगनोर कर रहा। तो 5 + 7 12 12 + 4 अपने को 16 तो 2 कितना होगा देखो 18 आंसर अपना शो कर रहा है डियर। ठीक है ना। तो जो सम फार्मूला सारे न्यूमैरिक वैल्यूज़ चकदा रेंज के उन्होंने ऐड करता है बट जो न्यूमैरिक वैल्यूज़ नहीं है उन्होंने ऐड नहीं करता। ठीक है जी। नैक्सट हैगा इन MS एक्सल टू ऐड न्यूमैरिक वैल्यूज़ इन कॉलम A फ्रॉम रोज़ A1 to A5 दी फार्मूला दैट शुड बी यूजड इज़। तो जो न्यूमैरिक वैल्यूज़ लिए लगाना तो सम फार्मूला लगाना है। तो इक्वल टू सम A1 रेंज A5 A1 तो लैके रेंज A5 वाला लगूगा तो 115 का फार्मूला C लगूगा डियर। ठीक है जी। नैक्सट हैगा विच फंक्शन कैलकुलेट्स द लार्जेस्ट वैल्यू इन अ सैट ऑफ नंबरस इन MS एक्सल। तो MS एक्सल किहड़े फंक्शन का इस्तेमाल सैल्स की वैल्यू विचों लार्जेस्ट वैल्यू लभदा है तो जिन्हें भी वैल्यू न्यूमैरिकल वैल्यूज़ उन्होंने सब तो बड़ी वैल्यू लगता तो मैक्स वाला फंक्शन हैगा। तो 16 का मैक्स फंक्शन के उत्ते तुसीं टिक लगाओगे। मैं परफॉर्म भी करके दिखाया हुआ ध्यान नाल तुसीं देख भी सकते हो। देखो वैल्यूज़ 21 A21 तो लैके सैल तो लैके रेंज A25 तक
ਤਾਂ ਜਿੰਨੇ ਵੀ ਆਪਣੇ ਕੋਲ ਇਹ ਆਪਣੇ ਕੋਲ ਨੰਬਰ ਨੇ ਤਾਂ ਇਹਨਾਂ 'ਚ ਸਭ ਤੋਂ ਲਾਰਜੈਸਟ ਵੈਲਿਊ ਕਿਹੜੀ ਆ ਡੀਅਰ 7। ਤਾਂ ਦੇਖੋ 7 ਹੀ ਆਪਾਂ ਨੂੰ ਸ਼ੋ ਕਰਕੇ ਦਿੱਤੀ ਹੋਈ ਐਕਟਿਵ ਸੈੱਲ ਦੇ ਵਿੱਚ, ਠੀਕ ਹੈ ਜੀ। ਨੈਕਸਟ ਹੈਗਾ ਵਿਚ ਫੰਕਸ਼ਨ ਕੈਲਕੂਲੇਟਸ ਦੀ ਸਮੋਲੈਸਟ ਵੈਲਿਊ ਇਨ ਅ ਸੈੱਟ ਆਫ ਨੰਬਰਸ ਇਨ MS ਐਕਸਲ। ਤਾਂ MS ਐਕਸਲ ਵਿੱਚ ਕਿਹੜੇ ਫੰਕਸ਼ਨ ਦਾ ਇਸਤੇਮਾਲ ਸੈੱਲਸ ਦੀ ਵੈਲਿਊ ਵਿੱਚ ਸਮੋਲੈਸਟ ਵੈਲਿਊ ਲੱਭਦਾ, ਜਿੰਨੇ ਵੀ ਮਤਲਬ ਸੈੱਲਾਂ ਵਿੱਚ ਵੈਲਿਊਜ਼ ਲਿਖੀਆਂ ਹੁੰਦੀਆਂ ਉਹਨਾਂ 'ਚ ਸਮੋਲੈਸਟ ਵੈਲਿਊ ਲੱਭਣ ਦੀ ਕੋਸ਼ਿਸ਼ ਕਰਦਾ ਲੱਭਦਾ ਡੀਅਰ, ਤਾਂ ਉਹ ਹੁੰਦਾ ਮਿਨੀਮਮ ਸੈੱਲ। ਤਾਂ ਮਿਨੀਮਮ ਤਾਂ ਫੰਕਸ਼ਨ ਜਿਹੜਾ ਮਿਨੀਮਮ ਹੈ ਉਸ ਦਾ ਇਸਤੇਮਾਲ ਹੁੰਦਾ ਹੈ। ਮੈਂ ਤੁਹਾਨੂੰ MS ਐਕਸਲ ਦੀ ਸ਼ੀਟ 'ਚ ਵੀ ਦਿਖਾਉਣਾ, ਦੇਖੋ ਆਪਣਾ ਸੇਮ ਉਹੀ ਹੈ। ਤਾਂ ਲਿਖਿਆ ਹੋਇਆ ਹੈਗਾ 5 ਤੋਂ ਲੈ ਕੇ ਡੀਅਰ ਸਟੂਡੈਂਟ 2 ਤੱਕ ਆਪਾਂ ਮੈਂਸ਼ਨ ਕੀਤਾ ਹੋਇਆ ਹੈਗਾ, A25 ਤੱਕ, A21 ਤੋਂ ਲੈ ਕੇ 25 ਤੱਕ। ਤਾਂ ਇਹਨੂੰ ਸਭ ਤੋਂ ਸਮੋਲੈਸਟ ਵੈਲਿਊ 2 ਹੈਗੇ, ਤਾਂ ਦੇਖੋ ਉਹਨੇ ਐਕਟਿਵ ਸੈੱਲ ਦੇ ਵਿੱਚ ਦੇਖੋ 2 ਸ਼ੋ ਕੀਤਾ ਹੋਇਆ, ਠੀਕ ਹੈ ਨਾ। ਇਹ ਬਿਲਕੁਲ ਠੀਕ ਆਪਾਂ ਮਤਲਬ ਆਪਣੇ ਕੋਲ ਸੋਲਿਊਸ਼ਨ ਆ ਰਿਹਾ ਹੈਗਾ। ਨੈਕਸਟ ਹੈਗਾ ਵਿਚ ਫੰਕਸ਼ਨ ਇਨ MS ਐਕਸਲ ਕਾਊਂਟਸ ਦੀ ਨੰਬਰ ਆਫ ਸੈੱਲ ਦੈਟ ਕੰਟੇਨ ਨੰਬਰਸ। MS ਐਕਸਲ ਵਿੱਚ ਕਿਹੜਾ ਸੈੱਲ ਹੈ ਜਿਹੜੀ ਗਿਣਤੀ ਕਰਦਾ ਜਿਸ ਵਿੱਚ ਨੰਬਰ ਹੁੰਦੇ ਨੇ, ਜਿਨ੍ਹਾਂ ਵਿੱਚ ਨੰਬਰ ਹੁੰਦੇ ਨੇ ਉਹਨਾਂ ਨੂੰ ਕਾਊਂਟ ਕਰਦਾ ਹੈਗਾ। ਤਾਂ ਇਸ ਦਾ ਸਹੀ ਆਪਸ਼ਨ ਹੈਗਾ ਕਾਊਂਟ, ਕੱਲਾ ਕਾਊਂਟ ਫੰਕਸ਼ਨ, ਕਾਊਂਟ ਫੰਕਸ਼ਨ। ਤਾਂ ਇਹ ਜਿਹੜੇ ਨੰਬਰ ਵਾਲੇ ਹੁੰਦੇ ਨੇ ਸੈੱਲ ਉਹਨਾਂ ਵਿੱਚ ਮਤਲਬ ਉਹਨਾਂ ਨੂੰ ਕਾਊਂਟ ਕਰਦਾ ਹੈਗਾ, ਠੀਕ ਹੈ ਜੀ। ਜਿਵੇਂ ਫੋਰ ਐਗਜ਼ਾਮਪਲ ਦੇਖੋ ਮੈਂ ਇਹ ਵਾਲਾ ਐਡ ਕੀਤਾ ਹੋਇਆ ਹੈਗਾ, ਜੇ ਤੁਸੀਂ ਧਿਆਨ ਨਾਲ ਦੇਖੋਗੇ ਡੀਅਰ ਸਟੂਡੈਂਟ, ਠੀਕ ਹੈ ਜੀ। ਆਪਣੇ ਕੋਲ ਟੋਟਲ ਸੈੱਲ ਆਪਣੇ ਕੋਲ ਦੇਖੋ ਆਪਣੇ 5 ਸੈੱਲ ਚੱਕੇ ਹੋਏ ਨੇ, ਤਾਂ ਜਿਹੜੇ ਇਹਦੇ 'ਚ ਨੰਬਰ ਹੈਗੇ ਨੇ ਉਹ 4 ਸੈੱਲ ਨੇ, ਤਾਂ ਇਸ ਲਈ 4 ਲਿਖਿਆ ਪਿਆ, ਤਾਂ ਕਾਊਂਟ ਕਰ ਗਿਆ ਕਿੰਨੇ ਸੈੱਲ, 4 ਸੈੱਲ, ਠੀਕ ਹੈ ਜੀ। ਨੈਕਸਟ ਹੈਗਾ ਇਨ MS ਐਕਸਲ ਵਿਚ ਫੰਕਸ਼ਨ ਕਾਊਂਟਸ ਦੀ ਨੰਬਰ ਸੈੱਲ ਦੈਟ ਆਰ ਨੋਟ ਐਮਪਟੀ ਇਨ ਆ ਰੇਂਜ। MS ਐਕਸਲ ਵਿੱਚ ਕਿਹੜਾ ਫੰਕਸ਼ਨ ਰੇਂਜ 'ਚ ਸੈੱਲਾਂ ਦੀ ਗਿਣਤੀ ਕਰਦਾ ਹੈ ਜੋ ਐਮਪਟੀ ਨਹੀਂ ਹਨ, ਵੀ ਜਿਨ੍ਹਾਂ 'ਚ ਜਿਹੜੇ ਮਤਲਬ ਖਾਲੀ ਨਹੀਂ ਹੈਗੇ, ਠੀਕ ਹੈ ਜੀ ਗੱਲ। ਤਾਂ ਉਹਨਾਂ ਲਈ ਆਪਾਂ ਕਿਹੜਾ ਫੰਕਸ਼ਨ ਦਾ ਇਸਤੇਮਾਲ ਕਰਦੇ ਹੈਗੇ ਆ, ਤਾਂ ਕਾਊਂਟ A ਫੰਕਸ਼ਨ ਦਾ ਇਸਤੇਮਾਲ ਕਰਦੇ ਹਾਂ, ਠੀਕ ਹੈ ਜੀ, ਕਾਊਂਟ A। ਤਾਂ ਮੈਨੂੰ ਪਰਫੋਰਮ ਕਰਕੇ ਵੀ ਦਿਖਾਇਆ ਹੋਇਆ, ਦੇਖੋ ਧਿਆਨ ਨਾਲ ਤੁਸੀਂ, ਠੀਕ ਹੈ ਜੀ। ਤਾਂ ਧਿਆਨ ਦੇਖੋ 21 ਤੋਂ ਲੈ ਕੇ A21 ਤੋਂ ਲੈ ਕੇ 27 ਤੱਕ ਆਪਾਂ ਨੇ ਰੇਂਜ ਬਣਾਈ ਹੋਈ ਹੈ। ਤਾਂ ਉਸਦੇ ਦੇਖੋ ਤੁਸੀਂ ਉਹਨੇ ਕਿਹਾ ਕਾਊਂਟ ਜਿਹੜੇ ਖਾਲੀ ਨੇ ਉਹ ਕਾਊਂਟ ਨਹੀਂ ਕਰਦਾ, ਬਟ ਫਿਲ ਹੋਏ ਹੋਏ ਕਾਊਂਟ ਕਰਦਾ। ਦੇਖੋ 1 2 3 4 5 ਅਤੇ 6, ਤਾਂ 6 ਸੈੱਲਾਂ ਵਿੱਚ ਕੁਛ ਨਾ ਕੁਛ ਲਿਖਿਆ ਹੋਇਆ ਹੈਗਾ, ਤਾਂ ਇਸ ਕਰਕੇ 6 ਸੈੱਲ ਆ ਗਏ ਡੀਅਰ, ਠੀਕ ਹੈ ਜੀ ਗੱਲ। ਤਾਂ ਮਤਲਬ ਐਮਪਟੀ ਸੈੱਲ ਨੂੰ ਕਾਊਂਟ ਨਹੀਂ ਕਰਦਾ, ਬਾਕੀ ਜੇ ਕੁਛ ਮਰਜ਼ੀ ਲਿਖਿਆ ਹੋਇਆ ਹੈਗਾ ਤਾਂ ਉਹਨੂੰ ਕਾਊਂਟ ਕਰਦਾ ਹੈਗਾ, ਠੀਕ ਹੈ ਜੀ। ਨੈਕਸਟ ਹੈਗਾ ਇਨ MS ਐਕਸਲ ਵਿਚ ਫੰਕਸ਼ਨ ਕਾਊਂਟਸ ਦੀ ਨੰਬਰ ਆਫ ਬਲੈਂਕ ਸੈੱਲਸ ਪ੍ਰੈਜੈਂਟ ਇਨ ਅ ਰੇਂਜ ਆਫ ਸੈੱਲਸ, ਵੀ ਕਿੰਨੇ ਬਲੈਂਕ ਸੈੱਲ ਪਏ ਨੇ, ਖਾਲੀ ਸੈੱਲ ਪਏ ਨੇ ਜਿਨ੍ਹਾਂ ਵਿੱਚ ਆਪਾਂ ਨੇ ਕੁਛ ਵੀ ਨਹੀਂ ਲਿਖਿਆ। ਤਾਂ ਉਹਦੇ ਲਈ ਆਪਾਂ ਮਤਲਬ ਕਿਹੜਾ ਸੈੱਲ ਦਾ ਕਿਹੜੇ ਫੰਕਸ਼ਨ ਦਾ ਇਸਤੇਮਾਲ ਕਰਾਂਗੇ, ਕਾਊਂਟ ਬਲੈਂਕ ਦਾ। ਤਾਂ D ਆਪਸ਼ਨ ਕਾਊਂਟ ਬਲੈਂਕ ਫੰਕਸ਼ਨ ਦਾ ਇਸਤੇਮਾਲ ਹੁੰਦਾ ਹੈ। ਮੈਂ ਤੁਹਾਨੂੰ ਪਰਫੋਰਮ ਕਰਕੇ ਵੀ ਦਿਖਾਉਣਾ, ਦੇਖੋ ਧਿਆਨ ਨਾਲ। ਤਾਂ ਜਦੋਂ ਕਾਊਂਟ ਬਲੈਂਕ ਲਗਾਇਆ A21 ਤੋਂ ਲੈ ਕੇ 27 ਤੱਕ, ਠੀਕ ਹੈ ਜੀ। ਤਾਂ ਇਹ 'ਚ ਆਪਣੇ ਕੋਲ ਇੱਕ ਸੈੱਲ ਹੈ ਜਿਹਾ ਜਿਹੜਾ ਖਾਲੀ ਪਿਆ, ਦੇਖੋ ਕਾਊਂਟ ਕਰਕੇ ਉਹਨੇ ਇੱਕ ਹੀ ਦੱਸਿਆ ਵੀ ਇੱਕ ਸੈੱਲ ਹੈ ਜਿਹੜਾ ਬਲੈਂਕ ਹੈਗਾ, ਠੀਕ ਹੈ ਜੀ। ਤਾਂ ਹੋਪ ਕਰਦਾ ਤੁਹਾਨੂੰ ਇਹ ਵਾਲਾ ਸੈਸ਼ਨ ਤੁਹਾਨੂੰ ਚੰਗਾ ਲੱਗਿਆ ਹੋਊਗਾ। ਤਾਂ ਪਲੀਜ਼ ਨੋਟਸ ਜ਼ਰੂਰ ਬਣਾ ਲਿਓ ਡੀਅਰ ਸਟੂਡੈਂਟਸ, ਵੀ ਤਾਂ ਜੋ ਤੁਹਾਨੂੰ ਬਾਰ-ਬਾਰ ਮਤਲਬ ਵੀਡੀਓ 'ਤੇ ਨਾ ਆਉਣਾ ਹੋਵੇ, ਤੁਸੀਂ ਆਪਣਾ ਬਸ ਨੋਟਸ ਪੜ੍ਹੋ ਅਤੇ ਅੱਗੇ ਮਤਲਬ ਆਪਣਾ ਪੇਪਰ ਵਿੱਚ ਇੱਕ ਚੰਗਾ ਪਰਫੋਰਮੈਂਸ ਕਰੋ। ਥੈਂਕ ਯੂ ਐਵਰੀਵਨ, ਅਤੇ ਵੱਧ ਤੋਂ ਵੱਧ ਆਪਣੇ ਫਰੈਂਡਸ ਸ਼ੇਅਰ ਜ਼ਰੂਰ ਕਰ ਦਿਆ ਕਰੋ, ਠੀਕ ਹੈ ਜੀ।